ਗੁੱਡ ਮਾਰਨਿੰਗ ਸਟੂਡੈਂਟਸ। ਅੱਜ ਆਪਾਂ ਕਰਨੇ ਨੇਗੇ ਬੁੱਕ ਕਾਵਿ ਲਹਿਰਾਂ ਦੇ ਵਿੱਚੋਂ ਆਧੁਨਿਕ ਸਮਕਾਲੀ ਕਵੀ ਜਸਵੰਤ ਦੀਦ ਅਤੇ ਉਹਨਾਂ ਦੀ ਜਿਹੜੀ ਕਵਿਤਾ ਹੈ ਭਾਣਜੇ ਦੀ ਬਲੈਤ ਫੇਰੀ, ਉਹ ਆਪਣੇ ਸਿਲੇਬਸ ਦੇ ਵਿੱਚ ਸ਼ਾਮਲ ਕੀਤੀ ਗਈ ਹੈ। ਤਾਂ ਜਿਹੜੇ ਜਸਵੰਤ ਦੀਦ ਨੇ, ਇਹਨਾਂ ਦਾ ਜਿਹੜਾ ਜਨਮ ਹੈ ਉਹ 1954 ਦੇ ਵਿੱਚ ਹੋਇਆ ਸੀ। ਤਾਂ ਇਹ ਇੱਕ ਸਮਕਾਲੀ ਆਧੁਨਿਕ ਸਮਕਾਲੀ ਕਵੀ ਨੇ, ਜਿਹੜੇ ਮਨੁੱਖ ਦੀਆਂ ਅਜਬ ਮਾਨਸਿਕ ਸਰੀਰਕ ਚਾਹਤਾਂ, ਉਸਦੇ ਦੋਹਰੇਪਣ, ਉਸਦੇ ਦੋਗਲੇਪਣ ਅਤੇ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਉਸ ਦੇ ਅੰਦਰ ਸਮਾਜਿਕ ਸੱਭਿਆਚਾਰਕ ਹੋਰ ਵਿਸੰਗਤੀਆਂ ਜਿਹੜੀਆਂ ਪਾਈਆਂ ਜਾਂਦੀਆਂ ਨੇ, ਉਹਨਾਂ ਦੇ ਉੱਤੇ ਵਿਅੰਗ ਹੈ ਜਿਹੜਾ ਉਹ ਇਹ ਕਵੀ ਕਰਦੇ ਨੇ। ਤਾਂ ਇਹਨਾਂ ਦੇ ਹੁਣ ਤੱਕ 5 ਕਾਵਿ ਸੰਗ੍ਰਹਿ ਆ ਚੁੱਕੇ ਨੇ, ਜਿਹਨਾਂ ਵਿੱਚ ਬੱਚੇ ਤੋਂ ਡਰਦੀ ਕਵਿਤਾ, ਅਚਨਚੇਤ, ਆਵਾਜ਼ ਆਏਗੀ ਅਜੇ, ਘੁੰਡੀ ਅਤੇ ਕਮੰਡਲ। ਅਤੇ ਇਹਨਾਂ ਦੀ ਜਿਹੜੀ ਕਮੰਡਲ ਕਵਿਤਾ ਹੈ ਉਸ 'ਤੇ ਇਹਨਾਂ ਨੂੰ 2007 ਦੇ ਵਿੱਚ ਸਾਹਿਤ ਅਕਾਦਮੀ ਨਵੀਂ ਦਿੱਲੀ ਦਾ ਜਿਹੜਾ ਪੁਰਸਕਾਰ ਹੈ ਉਹ ਮਿਲਿਆ ਹੈ। ਤਾਂ ਜਸਵੰਤ ਦੀਦ ਸ਼ਾਇਰੀ ਵਸਤ ਵਿੱਚ ਇੱਕ ਸਵੈ ਹੋਂਦ ਦੀ ਜਿਹੜੀ ਪੇਸ਼ਕਾਰੀ ਹੈ ਇਹਨਾਂ ਦੀ ਕਵਿਤਾ ਦੇ ਵਿੱਚ ਕੀਤੀ ਗਈ ਹੈ, ਅਤੇ ਨਾਲ ਹੀ ਆਧੁਨਿਕ ਮਨੁੱਖ ਦੇ ਦੋਗਲੇਪਣ ਦੇ ਉੱਤੇ, ਦੰਭ ਪੂਰਨ ਦੇ ਉੱਤੇ ਇੱਕ ਤਰ੍ਹਾਂ ਦਾ ਜਿਹੜਾ ਵਿਅੰਗ ਹੈ ਉਹ ਕੀਤਾ ਗਿਆ ਹੈ। ਤਾਂ ਇਸ 'ਤੇ ਇਹਨਾਂ ਦੀ ਜਿਹੜੀ ਕਵਿਤਾ ਹੈ ਉਸ ਦੇ ਸਰੋਕਾਰ ਨੇ ਜਿਹੜੇ ਉਹ ਜਿਉਂਦੇ ਜਾਗਦੇ ਯਥਾਰਥ ਅਤੇ ਸੱਚ ਨੂੰ ਜਿਹੜਾ ਉਹ ਪੇਸ਼ ਕਰਦੇ ਨੇ। ਤਾਂ ਇਸ ਤਰ੍ਹਾਂ ਜਿਹੜਾ ਅਜੋਕਾ ਯੁੱਗ ਹੈ ਉਸ ਦੀ ਸੰਵੇਦਨਾ, ਅਲੋਕਾਰ, ਵਰਜਿਤ ਪਰ ਮਾਇਨੇ ਖਾਜ ਮਸਲਿਆਂ ਦੇ ਸਰੋਕਾਰਾਂ ਨੂੰ ਨਵੇਂ ਵਿਅੰਗ ਮੂਲਕ ਮੁਹਾਵਰੇ ਦੇ ਵਿੱਚ ਪੇਸ਼ ਕਰਦੇ ਨੇ, ਅਤੇ ਸਮਕਾਲੀ ਜਿਹੜੀਆਂ ਪਰਿਸਥਿਤੀਆਂ ਨੇ ਉਹਨਾਂ ਨੂੰ ਪੇਸ਼ ਕਰਦੇ ਨੇ। ਤਾਂ ਭਾਣਜੇ ਦੀ ਬਲੈਤ ਫੇਰੀ ਕਵਿਤਾ ਦੇ ਵਿੱਚ ਪ੍ਰਵਾਸੀਆਂ ਵੱਲੋਂ ਇੰਡੀਆ ਨੂੰ ਨਰਕ ਕਹਿਣਾ, ਅਤੇ ਕਵੀ ਦਾ ਉਹਨਾਂ ਦੁਆਰਾ ਨਰਕ, ਇੰਡੀਆ ਨਰਕ ਹੈ ਜਿਹੜਾ ਸ਼ਬਦ ਹੈ ਉਹ ਸੁਣ ਕੇ ਘਬਰਾਹਟ ਦੇ ਵਿੱਚ ਆ ਜਾਣਾ। ਤਾਂ ਕਿਸ ਤਰ੍ਹਾਂ ਉਹ ਉਹਨਾਂ ਦੇ ਨਾਲ ਦਾਰੂ ਪੀ ਕੇ ਪ੍ਰਵਾਸੀਆਂ ਦੀ ਮਹਿਫਲ ਦੇ ਵਿੱਚ ਬੈਠਦਾ ਹੈ ਅਤੇ ਵਾਰ-ਵਾਰ ਉਹਨਾਂ ਤੋਂ ਸੁਣ ਰਿਹਾ ਹੈ ਕਿ ਇੰਡੀਆ ਨਰਕ ਹੈ, ਇੰਡੀਆ ਨਰਕ ਹੈ, ਅਤੇ ਐਂਡ ਦੇ ਵਿੱਚ ਉਹ ਆਪ ਵੀ ਇੱਕ ਜਿਹੜੀ ਸੰਗੀਤਮਈ ਧੁਨ ਹੈ ਉਹ ਉਚਾਰਦਾ ਹੈ ਕਿ ਹਾਂ, ਇੰਡੀਆ ਜਿਹੜਾ ਉਹ ਸੱਚਮੁੱਚ ਨਰਕ ਹੈ। ਤਾਂ ਜਿਹੜੇ ਉਹ ਪ੍ਰਵਾਸੀ ਨੇ, ਤਾਂ ਇਸ ਕਵਿਤਾ ਦੇ ਵਿੱਚ ਉਹ ਭਾਰਤੀਆਂ ਵੱਲੋਂ ਉਹਨਾਂ ਦੀਆਂ ਜਾਇਦਾਦਾਂ ਦਬੀਆਂ ਜਾਂਦੀਆਂ ਨੇ, ਰਿਸ਼ਵਤਖੋਰੀ, ਇੱਥੋਂ ਦਾ ਜਿਹੜਾ ਮਾੜਾ ਸਿਸਟਮ ਹੈ ਭਾਰਤ ਦਾ, ਉਸ ਦੇ ਉੱਤੇ ਉਹ ਇੱਕ ਤਰ੍ਹਾਂ ਦਾ ਵਿਅੰਗ ਹੈ ਜਿਹੜਾ ਉਹ ਕਰਦੇ ਨੇ, ਅਤੇ ਤਾਂ ਹੀ ਉਹ ਵਾਰ-ਵਾਰ ਕਹਿ ਰਹੇ ਨੇ ਕਿ ਇੰਡੀਆ ਨਰਕ ਹੈ, ਇੰਡੀਆ ਨਰਕ ਹੈ। ਤਾਂ ਆਪਾਂ ਇਹਨਾਂ ਦੀ ਕਵਿਤਾ ਕਰ ਰਹੇ ਹਾਂ, ਭਾਣਜੇ ਦੀ ਬਲੈਤ ਫੇਰੀ। ਇੰਡੀਆ ਨਰਕ ਹੈ, ਚੌਥੇ ਪੈਗ ਨਾਲ ਉਹ ਇਹ ਫਿਕਰਾ ਦੁਹਰਾਉਂਦੇ ਨੇ। ਮੈਂ ਕੁਝ ਕਹਿਣਾ ਚਾਹੁੰਦਾ, ਚੁੱਪ ਹਾਂ, ਇੱਕ NRI ਚਿਹਰਾ ਬੋਲਦਾ, ਤੁਸੀਂ ਕਮੀਨੇ ਹੋ, ਸਾਡੀਆਂ ਜਾਇਦਾਦਾਂ ਦੱਬਦੇ ਹੋ, ਰਿਸ਼ਵਤਾਂ ਖਾਂਦੇ ਹੋ, ਗੰਦਗੀ 'ਚ ਰਹਿੰਦੇ ਹੋ, ਨਰਕ ਭੋਗਦੇ ਹੋ, ਅਸੀਂ ਭਾਰਤ ਨੂੰ ਸਵਰਗ ਬਣਾਉਣਾ ਚਾਹੁੰਦੇ ਹਾਂ, ਤੁਸੀਂ ਬਣ ਨਹੀਂ ਦਿੰਦੇ। ਤਾਂ ਮਤਲਬ ਕਿ ਉਹ ਚੌਥਾ ਪੈਗ ਲਾ ਕੇ ਜਿਹੜਾ ਪ੍ਰਵਾਸੀ ਹੈ ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਇੰਡੀਆ ਨਰਕ ਹੈ, ਪਰ ਕਵੀ ਉੱਥੇ ਇੱਕ ਚੁੱਪ ਹੈ। ਤਾਂ ਇੱਕ NRI ਚਿਹਰਾ ਬੋਲਦਾ ਕਿ ਤੁਸੀਂ ਕਿਸ ਤਰ੍ਹਾਂ ਦੇ ਕਮੀਨੇ ਹੋ, ਸਾਡੀਆਂ ਜਾਇਦਾਦਾਂ ਦੱਬਦੇ ਹੋ, ਰਿਸ਼ਵਤਖੋਰ ਹੋ ਤੁਸੀਂ, ਤੁਹਾਡੇ ਚਰਿੱਤਰ ਮਾੜੇ ਨੇ, ਤੁਸੀਂ ਇੰਡੀਆ ਨੂੰ ਨਰਕ ਬਣਾ ਰੱਖਿਆ ਹੈ, ਤਾਂ ਅਸੀਂ ਉਸ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਤੁਸੀਂ ਨਹੀਂ ਬਣਨ ਦਿੰਦੇ। ਦੂਜਾ ਆਖਦਾ, ਅਸੀਂ ਕੀ ਨਹੀਂ ਕੀਤਾ, ਕਿੱਲਿਆਂ ਦੇ ਕਿੱਲੇ ਖਰੀਦੇ, ਸਾਰਾ ਟੱਬਰ ਇੱਧਰ ਸੈੱਟ ਕੀਤਾ ਅਤੇ ਹੁਣ ਕੋਈ ਬਾਤ ਨਹੀਂ ਪੁੱਛਦਾ, ਅਤੇ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਕਿ ਇੰਡੀਆ ਨਰਕ ਨਹੀਂ। ਕਹਿੰਦੇ ਅਸੀਂ ਸਾਰੇ ਪਰਿਵਾਰ ਇੱਧਰ ਸੈੱਟ ਕੀਤੇ ਨੇ, ਜ਼ਮੀਨਾਂ ਖਰੀਦੀਆਂ ਨੇ, ਪਰ ਤੁਸੀਂ ਕਹਿੰਦੇ ਫਿਰ ਵੀ ਕਹਿ ਰਹੇ ਹੋ ਕਿ ਅਸੀਂ ਮਤਲਬ ਕਿ ਤੁਹਾਡੇ ਲਈ ਕੁਛ ਵੀ ਨਹੀਂ ਕੀਤਾ। ਤਾਂ ਤੁਸੀਂ ਕਹਿੰਦੇ ਹਜੇ ਕਹਿ ਰਹੇ ਹੋ, ਕਹਿੰਦੇ ਹੁਣ ਤੁਸੀਂ ਸਾਡੀ ਜਾਤ ਹੈ ਜਿਹੜੀ ਉਹ ਨਹੀਂ ਪੁੱਛ ਰਹੇ, ਤਾਂ ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਇੰਡੀਆ ਨਰਕ ਨਹੀਂ। ਕਹਿੰਦੇ ਵੀ ਅਸੀਂ ਇੰਡੀਆ, ਕਿ ਤੁਸੀਂ ਕਿੰਨੇ ਮਤਲਬ ਖੋਰ ਬੰਦੇ ਹੋ। ਤਾਂ ਗੁੱਸਾ ਠੰਡਾ ਹੋ ਕੇ ਬੋਲਦਾ, ਭਾਈ ਸਾਹਿਬ 2 ਕੱਪੜਿਆਂ 'ਚ ਆਏ ਸੀ, ਕਾਲੇ ਭੂਤ ਸਾਂ, ਹੁਣ ਅੰਗਰੇਜ਼ ਸਾਡੇ ਨੌਕਰ ਨੇ, ਮਿਲੀਅਨ ਪਾਉਂਡ ਦੀ ਆਪਣੀ ਕੋਠੀ ਹੈ, ਘਰ ਵਿੱਚ ਹੋਟਲ ਵਰਗੀ ਵਾਰ ਹੈ, ਸਵੀਮਿੰਗ ਪੂਲ ਹੈ, ਪਰ ਇੱਥੇ ਡੁੱਬਣ ਦੀ ਵੇਲ ਨਹੀਂ ਮਿਲਦੀ। ਤਾਂ ਕਹਿੰਦੇ ਵੀ ਗੁੱਸਾ ਠੰਡਾ ਹੋ ਕੇ ਦੁਬਾਰਾ ਬੋਲਦਾ, ਕਹਿੰਦੇ ਜਦੋਂ ਅਸੀਂ ਆਏ ਸੀ ਇੰਡੀਆ 'ਚੋਂ ਤਾਂ ਕਾਲੇ ਭੂਤ ਸੀ, ਹੁਣ ਅੰਗਰੇਜ਼ ਸਾਡੇ ਨੌਕਰ ਨੇ, ਸਾਡੇ ਕੋਲ ਆਪਦੀ ਕੋਠੀ ਹੈ, ਘਰ 'ਚ ਹੋਟਲ ਵਰਗਾ ਮਾਹੌਲ ਹੈ, ਸਾਡੇ ਕੋਲ ਸਵੀਮਿੰਗ ਪੂਲ ਹੈ, ਪਰ ਸਾਡਾ ਸਮਾਂ ਹੈ ਜਿਹੜਾ ਉਹ ਇੰਨਾ ਬਿਜੀ ਹੈ ਕਿ ਅਸੀਂ ਇਸ ਨੂੰ ਆਰਾਮ ਨਾਲ ਰਹਿ ਨਹੀਂ ਸਕਦੇ, ਸਾਡੇ ਕੋਲ ਵੇਲ ਹੈ ਜਿਹੜੀ ਉਹ ਨਹੀਂ ਹੈ। ਉਹ ਆਪਣੀਆਂ ਹਜ਼ਾਰਾਂ ਉਲਝਣਾਂ ਵਾਲੇ ਨਜ਼ਰਾਂ ਮੇਰੇ ਵੱਲ ਤੱਕਦਾ, ਕਹਿਣ ਹੀ ਲੱਗਦਾ ਕਿ ਇੰਡੀਆ ਨਰਕ ਹੈ, ਕਿ ਮੈਂ ਉਸ ਦੀਆਂ ਉਲਝਣਾਂ ਨਜ਼ਰਾਂ 'ਚੋਂ ਬਾਹਰ ਦੌੜਦਾ, ਪਰ ਤੀਜਾ ਮੈਨੂੰ ਘੇਰ ਲੈਂਦਾ। ਤਾਂ ਕਹਿੰਦੇ ਦੁਬਾਰਾ ਉਹ ਇਹੀ ਫਿਕਰਾ ਦੁਹਰਾਉਣ ਲੱਗਦਾ ਕਿ ਇੰਡੀਆ ਨਰਕ ਹੈ, ਕਹਿੰਦੇ ਮੈਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦਾ, ਪਰ ਤੀਜਾ ਬੰਦਾ ਮੈਨੂੰ ਆ ਕੇ ਫੇਰ ਘੇਰ ਲੈਂਦਾ। ਇਹ ਜੋ ਭਾਈ ਸਾਹਿਬ ਤੁਸੀਂ ਇੱਥੇ ਫਿਰਦੇ ਹੋ ਸਾਡੀ ਮਿਹਰਬਾਨੀ ਹੈ, ਤੁਸੀਂ ਐਸ਼ ਕਰਦੇ ਹੋ ਸਾਡੀ ਮਿਹਰਬਾਨੀ ਹੈ, ਇੰਡੀਆ ਤਾਂ ਕੁੱਤਾ ਮੁਲਕ ਹੈ। ਤਾਂ ਉਹ ਕਹਿ ਰਹੇ ਨੇ, ਕਹਿੰਦੇ ਤੂੰ ਇੱਥੇ ਸਾਡੇ ਮੁਲਕ ਦੇ ਵਿੱਚ ਤੂੰ ਸੈਰ ਕਰ ਰਹੇ ਹੈ ਤਾਂ ਇਹ ਸਾਡੀ ਮਿਹਰਬਾਨੀ ਹੈ। ਕਹਿੰਦੇ ਇੰਡੀਆ ਤਾਂ ਇੱਕ ਕੁੱਤਾ ਮੁਲਕ ਹੈ, ਉੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਨਹੀਂ ਹੈ।
ਮੈਂ ਥੋੜ੍ਹਾ ਤੇਲ ਮਿਲਾਉਂਦਾ ਅਤੇ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਕਿ ਮਾਂ ਨੂੰ ਗਾਲ ਨਾ ਕੱਢੋ, ਇਹੋ ਜਿਹੀ ਮਾਂ ਨੂੰ ਮਤਰੇਈ ਚੰਗੀ ਹੈ ਜਿਹਨੇ ਨਵੀਂ ਜ਼ਿੰਦਗੀ ਦਿੱਤੀ, ਐਸ਼ ਕਰਦੇ ਹਾਂ। ਅਤੇ ਜੋ ਤੁਸੀਂ ਕਹਿੰਦੇ ਹੋ ਕਿ ਸਾਡੀ ਔਲਾਦ ਹੱਥੋਂ ਨਿਕਲ ਗਈ ਹੈ, ਪੈਸੇ ਅਸੀਂ ਕਿਹਦੇ ਲਈ ਜੋੜਦੇ ਹਾਂ, ਕਿ ਪੰਜਾਬੀ ਅਸੀਂ ਕਿਸ ਲਈ ਬੋਲਦੇ ਹਾਂ, ਅਤੇ ਇੰਡੀਆ ਵੱਲ ਨੂੰ ਅਸੀਂ ਕਿਉਂ ਦੌੜਦੇ ਹਾਂ, ਅਤੇ ਉਸਦੇ ਗਲੇ 'ਚੋਂ ਕੋਈ ਪਊ ਫਸਦੀ ਹੈ, ਆਵਾਜ਼ ਡੋਲਦੀ ਹੈ। ਤਾਂ ਕਹਿੰਦੇ ਵੀ ਤੁਸੀਂ ਕਹਿੰਦੇ ਹੋ ਇਹ ਮਤਲਬ ਕਿ ਵੀ ਭਾਈ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਮਤਲਬ ਕਿ ਵੀ ਤੁਸੀਂ ਇੰਡੀਆ ਨੂੰ ਮਾੜਾ ਨਾ ਕਹੋ, ਵੀ ਇੰਡੀਆ ਤੁਹਾਡੀ ਜਨਮ ਭੂਮੀ ਹੈ, ਤੁਹਾਡੀ ਮਾਤਾ ਹੈ। ਕਹਿੰਦੇ ਵੀ ਇਹ ਜਿਹੇ ਜਨਮ ਭੂਮੀ ਨਾਲੋਂ ਤਾਂ ਸਾਡੀ ਮਤਰੇਈ ਜਿਹੜੀ ਮਾਂ ਹੈ, ਇਹ ਜਿਹੜਾ ਮੁਲਕ ਹੈ ਸਾਡਾ ਉਹ ਵਧੀਆ ਕਿ ਸਾਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਾਪਤ ਨੇ। ਕਹਿੰਦੇ ਵੀ ਉਹ ਸਾਨੂੰ ਜਿਹੜਾ ਉਹ ਮਾਂ ਸਾਨੂੰ ਵਧੀਆ ਲੱਗ ਰਹੀ ਹੈ ਜਿਹਨੇ ਸਾਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਤੁਸੀਂ ਕਹਿ ਰਹੇ ਹੋ ਕਿ ਸਾਡੀ ਔਲਾਦ ਹੱਥਾਂ 'ਚੋਂ ਨਿਕਲ ਰਹੀ ਹੈ, ਤੁਸੀਂ ਪੈਸਾ ਕਿਹਦੇ ਲਈ ਜੋੜਦੇ ਹੋ, ਤੁਸੀਂ ਪੰਜਾਬੀ ਕਿਉਂ ਬੋਲਦੇ ਹੋ। ਤਾਂ ਇਸ ਤਰ੍ਹਾਂ ਦਾ ਫਿਕਰਾ ਦਰਾਉਂਦੇ ਉਸ ਦਾ ਜਿਹੜਾ ਮਨ ਹੈ ਉਹ ਭਰ ਜਾਂਦਾ ਹੈ, ਤਾਂ ਆਵਾਜ਼ ਡੋਲਦੀ ਹੈ। ਮੈਂ ਤੁਹਾਨੂੰ ਦੱਸਾਂ ਭਾਈ ਸਾਹਿਬ ਕਿ ਇੰਡੀਆ ਨਰਕ ਹੈ। ਕਹਿੰਦੇ ਅਸਲ ਦੇ ਵਿੱਚ ਵੀ ਸਾਡਾ ਮਨ ਹੈ ਜਿਹੜਾ ਤਾਂ ਮੁੜਿਆ ਕਿ ਇੰਡੀਆ ਨਰਕ ਹੈ, ਉਹ ਤੇ ਕਿਸੇ ਤਰ੍ਹਾਂ ਦੀ ਕੋਈ ਸਹੂਲਤ ਨਹੀਂ। ਅਗਲਾ ਬੋਲਦਾ, ਲੈ ਭਾਈ ਸਾਹਿਬ ਮੈਂ ਇੰਡੀਆ ਲਈ ਕੋਈ ਚੈਰਿਟੀ ਸਰਵਿਸ ਕਰਨੀ ਚਾਹੁੰਦਾ ਹਾਂ। ਕਹਿੰਦੇ ਮੈਂ ਕੋਈ ਸੇਵਾ ਕਰਨਾ ਚਾਹੁੰਦਾ ਹਾਂ ਇੰਡੀਆ ਦੀ, ਆਪਣੇ ਪਿੰਡ 'ਚ ਗਰੀਬ ਗੁਰਬੇ ਵਿਧਵਾਵਾਂ ਦੀ ਮਦਦ ਕਰਨਾ ਚਾਹੁੰਦਾ ਹਾਂ, ਅੰਨ੍ਹਿਆਂ ਦੇ ਕੈਂਪ ਲਾਉਣੇ ਚਾਹੁੰਦਾ ਹਾਂ, 25,000 ਪਾਉਂਡ ਭੇਜ ਚੁੱਕੇ ਹਾਂ। ਅਤੇ ਤੁਸੀਂ ਕਹਿੰਦੇ ਹੋ ਕਿ ਅਸੀਂ ਮੁਲਕ ਲਈ ਕੁਝ ਨਹੀਂ ਕੀਤਾ, ਅਤੇ ਫਿਰ ਉੱਪਰੋਂ ਤੁਸੀਂ ਮੰਨਦੇ ਨਹੀਂ ਕਿ ਇੰਡੀਆ ਨਰਕ ਹੈ। ਤਾਂ ਇਸ ਤਰ੍ਹਾਂ ਜਿਹੜਾ ਕਵੀ ਹੈ ਉਹ ਕਹਿ ਰਿਹਾ ਹੈ ਕਿ ਅਸੀਂ ਮਤਲਬ ਕਿ ਆਪਣੇ ਮੁਲਕ ਦੀ ਸੇਵਾ ਕਰ ਰਹੇ ਹਾਂ, ਇੰਡੀਆ ਦੀ ਸੇਵਾ ਕਰ ਰਹੇ ਹਾਂ, ਅਸੀਂ ਗਰੀਬ ਗੁਰਬਾਂ ਦੀ ਮਦਦ ਕਰ ਰਹੇ ਹਾਂ, ਅਸੀਂ ਕੈਂਪ ਲਵਾ ਰਹੇ ਹਾਂ। ਤਾਂ ਕਹਿੰਦੇ ਅਸੀਂ ਬਹੁਤ ਜਿਹੜੀ ਰਾਸ਼ੀ ਹੈ ਉੱਥੇ ਭੇਜ ਰਹੇ ਹਾਂ, ਅਤੇ ਤੁਸੀਂ ਕਹਿ ਰਹੇ ਹੋ ਕਿ ਅਸੀਂ ਮੁਲਕ ਲਈ ਕੁਛ ਨਹੀਂ ਕਰ ਰਹੇ। ਅਤੇ ਤੁਸੀਂ ਕਹਿੰਦੇ ਮੰਨ ਵੀ ਰਹੇ ਵੀ ਤੁਹਾਡੇ ਕੋਲ ਤਾਂ ਇੰਨਾ ਵੀ ਪੈਸਾ ਨਹੀਂ ਤੁਸੀਂ ਆਪਣੇ ਨਾਗਰਿਕਾਂ ਨੂੰ ਸਹੂਲਤਾਂ ਦੇ ਸਕੋ। ਕਹਿੰਦੇ ਤੁਸੀਂ ਫਿਰ ਵੀ ਕਹਿ ਰਹੇ ਹੋ ਕਿ ਇੰਡੀਆ ਨਰਕ ਨਹੀਂ। ਤਾਂ ਭਾਈ ਸਾਹਿਬ ਤੁਹਾਡੇ ਵਾਂਗੂ ਸਾਡਾ ਵੀ ਇੱਕ ਭਾਣਜਾ ਹੈ, ਉਹ ਇੰਡੀਆ 'ਚ ਐਸ਼ ਕਰਦਾ, ਨਿਤ ਨਵੀਆਂ ਲਾਉਂਦਾ ਬੁਝਾਉਂਦਾ, ਥੋੜ੍ਹੇ ਵਰਗੇ ਬੜੇ ਕਲਾਕਾਰਾਂ ਨੂੰ ਨਾਮ ਸ਼ਨਾਮ ਦਵਾਉਂਦਾ, ਪਰ ਉਹ ਵੀ ਨਹੀਂ ਮੰਨਦਾ ਕਿ ਇੰਡੀਆ ਨਰਕ ਹੈ। ਪਰ ਤੁਸੀਂ ਭਾਈ ਸਾਹਿਬ ਕਿਉਂ ਨਹੀਂ ਮੰਨਦੇ? ਕਹਿੰਦੇ ਸਾਡਾ ਵੀ ਭਾਣਜਾ ਇੱਕ ਜਿਹੜਾ ਮਤਲਬ ਕਿ ਇੰਡੀਆ ਦੇ ਵਿੱਚ ਰਹਿ ਰਿਹਾ, ਕਹਿੰਦੇ ਉਹ ਐਸ਼ਾਂ ਕਰ ਰਿਹਾ, ਮਤਲਬ ਕਿ ਵੱਡੇ ਕਲਾਕਾਰਾਂ ਦੇ ਉਹ ਖਾੜੇ ਲਵਾਉਂਦਾ, ਉਹਨੂੰ ਇਨਾਮ ਦਿੰਦਾ ਉਹ। ਪਰ ਕਹਿੰਦੇ ਅਸਲ ਦੇ ਵਿੱਚ ਜਿਹੜਾ ਕੁਛ ਉਹਨਾਂ ਨੂੰ ਕਰਨਾ ਚਾਹੀਦਾ, ਜਿਹੜੇ ਸਹੂਲਤਾਂ ਇੰਡੀਆ ਲਈ ਚਾਹੀਦੀਆਂ ਨੇ ਉਹ ਨਹੀਂ ਕਰ ਰਹੇ। ਕਹਿੰਦੇ ਉਹ ਵੀ ਇਸ ਤਰ੍ਹਾਂ ਦਾ ਕਿ ਉਹ ਨਹੀਂ ਮੰਨ ਰਿਹਾ ਕਿ ਇੰਡੀਆ ਨਰਕ ਹੈ। ਕਹਿੰਦੇ ਭਾਈ ਸਾਹਿਬ ਤੁਸੀਂ ਵੀ ਨਹੀਂ ਮੰਨ ਰਹੇ ਕਿ ਇੰਡੀਆ ਨਰਕ ਹੈ। ਮੇਰੇ ਅੰਦਰ ਗੀਤ ਦੀ ਇੱਕ ਧੁਨ ਬਣਨ ਲੱਗਦੀ ਹੈ ਕਿ ਇੰਡੀਆ ਨਰਕ ਹੈ, ਇੰਡੀਆ ਨਰਕ ਹੈ, ਬੱਲੇ ਬੱਲੇ ਸ਼ਾਵਾ ਸ਼ਾਵਾ ਕਿ ਇੰਡੀਆ ਨਰਕ ਹੈ। ਉਹ ਇਸ ਬਣ ਰਹੀ ਧੁਨ ਦੇ ਇੱਕ ਗਾੜਾ ਪੈਗ ਹੋਰ ਪਾਉਂਦੇ ਨੇ, ਭੰਗੜਾ ਬੀਟ ਦੀ ਸੀੜੀ ਚਲਾਉਂਦੇ ਨੇ, ਮੈਨੂੰ ਆਪਣੇ ਨਾਲ ਨਚਾਉਂਦੇ ਨੇ। ਕਹਿੰਦੇ ਮੈਂ ਵੀ ਅੰਤ ਦੇ ਵਿੱਚ ਇੱਕ ਪੈਗ ਲਾ ਕੇ ਕਹਿ ਦਿੰਦਾ ਕਿ ਹਾਂ ਇੰਡੀਆ ਸੱਚੀ ਮੁੱਚੀ ਨਰਕ ਹੈ। ਤਾਂ ਕਹਿੰਦੇ ਉਹ ਜਿਹੜੇ ਮਤਲਬ ਪ੍ਰਵਾਸੀ ਨੇ ਉਹ ਮੈਨੂੰ ਇੱਕ ਪੈਗ ਹੋਰ ਪਵਾਉਂਦੇ ਨੇ, ਅਤੇ ਮੈਂ ਗੀਤ ਦੀ ਧੁਨ ਦੇ ਵਿੱਚ ਜਿਹੜਾ ਨੱਚਣਾ ਉਹ ਸ਼ੁਰੂ ਕਰ ਦਿੰਦਾ। ਭਾਈ ਸਾਹਿਬ ਅਸੀਂ ਤਾਂ ਐਸ਼ ਕਰਦੇ ਹਾਂ, ਛੋਟੀ ਜ਼ਿੰਦਗੀ ਹੈ, ਖਾਓ ਪੀਓ ਅਤੇ ਹੋਰ ਇੱਥੇ ਲੈ ਕੇ ਜਾਣਾ, ਖਾਓ ਪੀਓ ਐਸ਼ ਕਰੋ ਮਿੱਤਰੋ, ਕਮਰਾ ਗੂੰਜਦਾ। ਕਹਿੰਦੇ ਵੀ ਅਸੀਂ ਇੱਥੇ ਜਿਹੜੀ ਜ਼ਿੰਦਗੀ ਗੁਜ਼ਾਰ ਰਹੇ ਹਾਂ ਆਪਣੀ ਐਸ਼ਾਂ ਵਾਲੀ ਜ਼ਿੰਦਗੀ ਗੁਜ਼ਾਰ ਰਹੇ ਹਾਂ। ਚੈਰਿਟੀ ਵਾਲਾ ਆਖਦਾ, ਲਓ ਮੈਂ ਤੁਹਾਨੂੰ ਜਲਵਾ ਦਿਖਾਉਣਾ, ਇੰਡੀਆ 'ਚ ਆਪਣੀ ਮਸ਼ੂਕ ਨਾਲ ਤੁਹਾਡੀ ਗੱਲ ਕਰਾਉਂਦਾ ਹਾਂ। ਉਹ ਨਸ਼ੇ 'ਚ ਧੁੱਤ ਮੋਬਾਈਲ 'ਤੇ ਨੰਬਰ ਘੁਮਾਉਂਦਾ, ਅੱਗੋਂ ਇੰਡੀਆ ਕੁਝ ਬੋਲਦੀ, ਉਹ ਹੱਸਦਾ ਦੇ ਵਿੱਚ ਤੂੰ ਸਾਨੂੰ ਯਾਦ ਕਰਦੀ ਹੈ। ਤਾਂ ਕਹਿੰਦੇ ਵੀ ਮੈਂ ਇੰਨੀ ਸੇਵਾ ਇੰਡੀਆ ਦੇ ਲਈ ਕਰ ਰਿਹਾ, ਤਾਂ ਉਹ ਆਪਣੀ ਇੰਡੀਆ ਦੇ ਵਿੱਚ ਆਪਣੀ ਮਸ਼ੂਕ ਦੇ ਨਾਲ ਗੱਲ ਕਰਦਾ ਹੈ ਕਿ ਉਹ ਨਸ਼ੇ 'ਚ ਧੁੱਤ ਹੈ, ਅਤੇ ਮੋਬਾਈਲ 'ਤੇ ਨੰਬਰ ਲਾ ਕੇ ਉਹਦੇ ਨਾਲ ਗੱਲ ਕਰਦਾ, ਤਾਂ ਅੱਗੋਂ ਇੰਡੀਆ ਤੋਂ ਕੁਝ ਬੋਲ ਰਹੀ ਹੈ। ਤਾਂ ਉਹ ਹੱਸਦਾ ਅਤੇ ਪੁੱਛਦਾ ਤੂੰ ਸਾਨੂੰ ਯਾਦ ਕਰਦੀ? ਕਹਿੰਦੇ ਵੀ ਅਸੀਂ ਇੰਨਾ ਇੰਡੀਆ ਦੇ ਲੋਕਾਂ ਦਾ ਕਰ ਰਹੇ ਹਾਂ, ਆਪਣੇ ਮੁਲਕ ਦਾ ਕਰ ਰਹੇ ਹਾਂ, ਪਰ ਉਹ ਸਾਨੂੰ ਯਾਦ ਨਹੀਂ ਕਰ ਰਹੇ। ਬਾਕੀ ਮਹਿਫਲ ਠਾਕੇ ਮਾਰ ਕੇ ਆਖਦੇ, ਮੈਂ ਫਿੱਕਾ ਜਾਂ ਮੁਸਕਰਾਉਂਦਾ, ਮੇਰੇ ਮੋਢੇ 'ਤੇ ਫੜ ਕੇ ਆਖਦੇ ਨੇ ਹੁਣ ਦੱਸੋ ਭਾਈ ਸਾਹਿਬ ਤੁਸੀਂ ਕਹਿੰਦੇ ਹੋ ਕਿ ਇੰਡੀਆ ਨਰਕ ਨਹੀਂ। ਕਹਿੰਦੇ ਵੀ ਦੇਖੋ ਵੀ ਕਿਸ ਤਰ੍ਹਾਂ ਸਾਡੇ ਨਾਲ ਗੱਲ ਕੀਤੀ ਹੈ, ਤਾਂ ਕਿਸ ਤਰ੍ਹਾਂ ਦੇ ਮਤਲਬ ਖੋਰ ਇੰਡੀਆ ਦੇ ਬੰਦੇ ਨੇ। ਕਹਿੰਦੇ ਹਜੇ ਤੁਸੀਂ ਕਹਿ ਰਹੇ ਹੋ ਕਿ ਇੰਡੀਆ ਨਰਕ ਨਹੀਂ। ਹਾਸਾ ਅਨੇਕਾਂ ਮੁਲਕਾਂ ਦੇ ਵਿੱਚਾਂ ਤੋਂ ਵੀ ਉੱਡਦਾ ਮੇਰੇ ਚਿਹਰੇ 'ਤੇ ਆਣ ਡਿੱਗਦਾ। ਤਾਂ ਚੈਰਿਟੀ ਵਾਲਾ ਲੜੀ ਜੋੜਦਾ, ਭਾਈ ਸਾਹਿਬ ਇਸ ਨੂੰ ਮਿਲਿਓ ਜਾ ਕੇ ਸਭ ਕੁਝ ਭੁੱਲ ਜਾਓਗੇ, ਵਿਚਾਰੀ ਵਿਧਵਾ ਹੈ, ਮੈਂ ਇੰਡੀਆ ਦੇ ਗਰੀਬ ਗੁਰਬੇ ਵਿਧਵਾਵਾਂ ਲਈ ਕੰਮ ਕਰਦਾ, ਚੈਰਿਟੀ ਹੈ, ਵੱਡੇ ਭਾਈ ਸਾਡੇ ਨੇ ਇਸ ਵਾਰੀ ਸਰਪੰਚੀ ਲੜਨੀ ਹੈ, ਅਗਲੀ ਵਾਰੀ ਪਾਰਟੀ ਦੀ ਟਿਕਟ ਭਰਨੀ ਹੈ, ਅਸੀਂ ਤਾਂ ਇੰਡੀਆ ਲਈ ਜਾਣ ਦੇਣੀ ਹੈ, ਤੁਸੀਂ ਸਾਡੀ ਮਦਦ ਕਰਨੀ ਹੈ, ਸਾਡੀ ਚੈਰਿਟੀ ਦੀ ਫਿਲਮ ਬਣਾਉਣੀ ਹੈ, ਪ੍ਰਮੋਟ ਕਰਨਾ ਹੈ। ਤਾਂ ਉਹ ਚੈਰਿਟੀ ਵਾਲਾ ਅਗਲੀ ਜਿਹੜੇ ਲੜੀ ਉਹ ਜੋੜਦਾ, ਕਹਿੰਦੇ ਭਾਈ ਇਹ ਇੱਕ ਵਿਧਵਾ ਹੈ, ਤੁਸੀਂ ਇਸ ਦੀ ਸੇਵਾ ਕਰਨੀ ਹੈ। ਤਾਂ ਮੈਂ ਇੰਡੀਆ ਦੇ ਮਤਲਬ ਕਿ ਹਰੇਕ ਗਰੀਬ ਗੁਰਬੇ ਦੀ ਸਹਾਇਤਾ ਕਰ ਰਿਹਾ, ਵਿਧਵਾ ਲਈ ਕੰਮ ਕਰ ਰਿਹਾ। ਤਾਂ ਸਾਡੇ ਵੱਡੇ ਭਾਈ ਨੇ ਸਰਪੰਚੀ ਦੀ ਜਿਹੜੀ ਚੋਣ ਹੈ ਉਹ ਲੜਨੀ ਹੈ, ਉਸ ਤੋਂ ਬਾਅਦ ਉਸਨੇ ਵੱਡੀ ਜਿਹੜੀ MLA ਪਾਰਟੀ ਦੀ ਟਿਕਟ ਭਰਨੀ ਹੈ। ਤਾਂ ਇਸ ਤਰ੍ਹਾਂ ਕਹਿੰਦੇ ਵੀ ਅਸੀਂ ਇੰਡੀਆ ਦੇ ਲਈ ਕੰਮ ਕਰ ਰਹੇ ਹਾਂ, ਅਸੀਂ ਇੰਡੀਆ ਦੀ ਮਦਦ ਕਰ ਰਹੇ ਹਾਂ। ਤਾਂ ਤੁਸੀਂ ਕਹਿੰਦੇ ਵੀ ਸਾਡੇ ਇਸ ਕੰਮ ਦੇ ਵਿੱਚ ਤੁਸੀਂ ਸਾਡੀ ਮਦਦ ਕਰੋ। ਅਚਾਨਕ ਕੋਈ ਭੰਗੜੇ ਦੀ ਵੇਟ ਚੱਕਦੇ ਅਤੇ ਕਰਕੇ ਮੈਨੂੰ ਜੱਫੀ 'ਚ ਲੈ ਕੇ ਨੱਚਦੇ, ਕਾਲੀ ਰਾਤ ਧਮਕਦੀ ਹੈ, ਤਾਂ ਦੁਬਾਰੋਂ ਜਿਹੜਾ ਉਹ ਕਹਿੰਦੇ ਇੱਕ ਸੰਗੀਤਕ ਧੁਨ ਪੈਦਾ ਹੁੰਦੀ ਹੈ, ਤਾਂ ਉਹ ਨੱਚਣਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਨੇ। ਤਾਂ ਕਹਿੰਦੇ ਵੀ ਕੋਈ ਅਚਾਨਕ ਰੋ ਪਿਆ, ਨੱਚ ਰਹੇ ਨੇ ਉਹ, ਰੋ ਰਹੇ ਨੇ ਜਾਂ ਸ਼ਾਇਦ ਹੱਸ ਰਹੇ ਨੇ, ਮੇਰੇ ਅੰਦਰ ਬਣ ਰਹੀ ਗੀਤ ਦੀ ਧੁਨ ਹੈ ਜਿਹੜੀ ਉਹ ਉਲਝਦੀ ਹੈ। ਤਾਂ ਅੰਤ ਦੇ ਵਿੱਚ ਜਿਹੜਾ ਕਵੀ ਹੈ
ਉਹ ਕਹਿ ਰਿਹਾ ਹੈ ਕਿ ਅਚਾਨਕ ਕੋਈ ਭੰਗੜੇ ਦੀ ਬੀਟ ਚੱਕਦਾ ਹੈ ਤਾਂ ਸਾਰੇ ਜਣੇ ਕਵੀ ਨੂੰ ਜੱਫੀ ਦੇ ਵਿੱਚ ਲੈ ਕੇ ਨੱਚਣ ਲੱਗਦੇ ਨੇ ਅਤੇ ਕਵੀ ਅੰਦਰ ਬਣ ਰਹੇ ਗੀਤ ਦੀ ਧੁਨ ਉਲਝਣ ਲੱਗਦੀ ਹੈ। ਤਾਂ ਇਸ ਕਵਿਤਾ ਦੇ ਵਿੱਚ ਕਵੀ ਹੈ ਜਿਹੜਾ ਉਹ ਵਿਅੰਗਾਤਮਕ ਵਿਧੀ ਰਾਹੀਂ ਕਵਿਤਾ ਦੇ ਵਿੱਚ ਕਵੀ ਨੇ ਮੈਂ ਅਤੇ ਪ੍ਰਵਾਸੀਆਂ ਦਾ ਜਿਹੜਾ ਸੰਵਾਦ ਹੈ ਉਸ ਦੇ ਰਾਹੀਂ ਭਾਰਤ ਦੇ ਕਰੂਪ ਚਿਹਰੇ ਅਤੇ ਪੁੱਠੀ ਪ੍ਰਵਾਸੀ ਅਹਾਂ ਨੂੰ ਪ੍ਰਦਰਸ਼ਿਤ ਕੀਤਾ ਹੈ ਕਿ ਕਿਸ ਤਰ੍ਹਾਂ ਜਿਹੜੇ ਪ੍ਰਵਾਸੀ ਨੇ ਉਹ ਇੰਡੀਆ ਦੇ ਵਿੱਚੋਂ ਜਾ ਕੇ ਹੀ ਜਿਹੜੀ ਇੰਡੀਆ ਨੂੰ ਕਿੰਨਾ ਨਿੰਦ ਰਹੇ ਨੇ ਅਤੇ ਨਾਲ ਦੀ ਨਾਲ ਉਹ ਭਾਰਤ ਦੇ ਜਿਹੜਾ ਸਿਸਟਮ ਹੈ ਉਸ ਨੂੰ ਵੀ ਵਿਅੰਗ ਕਰਦਾ ਹੈ ਕਿ ਭਾਰਤੀਆਂ ਦਾ ਜਿਹੜਾ ਸਿਸਟਮ ਹੈ ਉਹ ਵਧੀਆ ਨਹੀਂ ਹੈ, ਉਹ ਰਿਸ਼ਵਤਖੋਰ ਨੇ, ਉਹ ਉੱਥੋਂ ਦੀਆਂ ਸਰਕਾਰਾਂ ਦੇ ਮਾੜੇ ਹਾਲ ਨੇ ਜਾਂ ਉਹਨਾਂ ਦੇ ਚਰਿੱਤਰ ਵਧੀਆ ਨਹੀਂ। ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਇਸ ਦੇ ਵਿੱਚ ਸ਼ੋਰਿਆ ਹੈ। ਤਾਂ ਇੰਡੀਆ ਨਰਕ ਹੈ, ਤਾਂ ਇਸ ਇੰਡੀਆ ਨਰਕ ਹੈ ਦੇ ਵਿੱਚ ਅਸਲ ਦੇ ਵਿੱਚ ਭਾਰਤ ਦਾ ਜਿਹੜਾ ਸਿਸਟਮ ਹੈ ਉਹ ਵਧੀਆ ਨਹੀਂ ਹੈ। ਇਸ ਕਰਕੇ ਇਸ ਦੇ ਉੱਤੇ ਇਸ ਕਵਿਤਾ ਦੇ ਵਿੱਚ ਇਸ ਸਿਸਟਮ ਦੇ ਉੱਤੇ ਇੱਕ ਵਿਅੰਗ ਹੈ ਜਿਹੜਾ ਉਹ ਕੀਤਾ ਗਿਆ ਹੈ। ਤਾਂ ਇਹ ਸੀਗੀ ਇਹ ਕਵਿਤਾ ਇੰਡੀਆ ਨਰਕ ਹੈ ਦੀ ਜਿਹੜੀ ਆਪਾਂ ਮੇਨ ਜਿਹੜੀ ਲਾਈਨ ਸਤਰਾਈ ਹੈ ਇਹਦੇ ਵਿੱਚ ਕਵਿਤਾ ਸੀਗੀ ਭਾਣਜੇ ਦੀ ਬਲੈਤ ਫੇਰੀ। ਥੈਂਕ ਯੂ।